ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਵੇਖਤ ਹੀ ਪਨੀਤ ਹੋਏ, ਭੇਟਤ ਜਪਿਏ ਨਾਮ। ਕਬੀਰ ਸੇਵਾ ਕੋ ਧੋਏ ਬਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ, ਪੈਰਾਂ ਦੇ ਨਾਲ ਚੱਲ ਕੇ ਗੁਰੂ ਘਰ ਪਹੁੰਚੇ ਹਾਂ। ਪੈਰ ਪਵਿੱਤਰ ਹੋਏ ਨੇ, ਨੇਤਰਾਂ ਦੁਆਰਾ ਗੁਰੂ ਕੇ ਦਰਸ਼ਨ ਕੀਤੇ, ਨੇਤਰ ਪਵਿੱਤਰ ਹੋਏ। ਕੰਨਾਂ ਦੁਆਰਾ ਗੁਰੂ ਕੀ ਬਾਣੀ ਸਰਵਣ ਕੀਤੀ, ਕੰਨ ਪਵਿੱਤਰ ਹੋਏ ਹਨ। ਆਓ ਰਸਨਾ ਨੂੰ ਪਵਿੱਤਰ ਕਰਨ ਦਾ ਮੌਕਾ ਮਿਲਿਆ ਹੈ, ਰਸਨਾ ਵੀ ਪਵਿੱਤਰ ਕਰੀਏ। ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਹਰਿ ਜਸ ਹਰੀ ਕੀਰਤਨ ਕਰਕੇ ਰਸਨਾ ਪਵਿੱਤਰ ਹੁੰਦੀ ਹੈ। ਇਹ ਰਸਨਾ ਜੋ ਝੂਠ ਮੂਠ ਨਿੰਦਿਆ ਚੁਗਲੀ ਕਿਚ ਪਿਚ ਬੋਲ ਕੇ ਝੂਠੀ ਹੋ ਚੁੱਕੀ ਹੈ, ਇਸ ਨੂੰ ਸੁੱਚਾ ਕਰਨ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ। ਸੋ ਆਓ ਹਰੀ ਦੇ ਗੁਣ ਗਾਈਏ, ਰਸਨਾ ਪਵਿੱਤਰ ਕਰੀਏ। ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ ਜੀ। एक जो साधु मोहे मिलिया, एक जो साधु मोहे मिलिया, एक जो साधु एक जो साधु मोहे मिलिया, एक जो साधु मोहे मिलिया, एक जो साधु लिया अंजन लाए, एक जो साधु मोहे मिलिया, एक जो साधु मोहे मिलिया, तिन लिया अंजन। का ठेंगा बुरा है, वो नहीं सहया जाए। एक जो साधु मोहे मिलिया, तिन लिया अंचल लाए। मेरी जमा वाली त्रास मिटाती, बाबा जी तेरी साध संगत ने मेरी जमा वाली
त्रास मिटाती। बाबा जी तेरी साध संगत ने मेरी, सारे बोलो। मेरी जमा वाली त्रास मिटाती। गुरु जी तेरी साध संगत ने मेरी जमा वाली त्रास मिटाती। गुरु जी तेरी साध संगत ने मेरी। बाबा जी तेरी जी साध संगत ने। बाबा जी तेरी जी साध संगत ने। बाबा जी तेरी बाबा जी तेरी जी साध संगत ने। बाबा जी तेरी जी साध संगत ने। बाबा जी तेरी बाबा जी तेरी साध संगत ने। मेरी जमा वाली त्रास मिटाती। बाबा जी तेरी साध संगत ने मेरी। हम अब गुण मरे एक गुण नाई। अमृत झाड़ बिखे बिख खाई। माया मोह परम मैं भूले सुतदारा सो प्रीत लगाई। एक उत्तम पंथ सुनियो गुरु संगत तह मगन जन त्रास मिटाई। एक अरदास पाठ कीरति गुरु रामदास राखो सरनाई। गुरु प्यारी साध संगत, आओ सब मन बिरती एकाग्र करके आखो सतनाम श्री वाहिगुरू। सतसंगत करन दे ਤਿੰਨ ਸੁਨਹਿਰੀ ਅਸੂਲ ਹਨ। ਇੱਕ ਹੈ ਮਨ ਦੀ ਸ਼ਰਧਾ, ਇਕਾਗਰਤਾ
ਤੇ ਨਿਰਵਾਣਤਾ। ਜਦ ਤੱਕ ਜੀਵ ਨੂੰ ਗੁਰੂ ਉੱਤੇ ਪੂਰੀ ਸ਼ਰਧਾ ਨਹੀਂ ਆ, ਜਿਹੜੇ ਬਚਨ ਗੁਰਬਾਣੀ ਦੇ ਜੀਵ ਦੇ ਕਲਿਆਣ ਵਾਸਤੇ ਹਨ, ਇਹਦੇ ਦੁੱਖਾਂ ਨੂੰ ਖਤਮ ਕਰਨ ਵਾਲੇ ਸਾਧਨ ਹਨ, ਬਚਨਾਂ ਦੇ ਵਿੱਚ ਲੋਕ ਪਰਲੋਕ ਸੁੱਖ ਦੇਣ ਵਾਲੇ ਜਿਹੜੇ ਗੁਰੂ ਕੇ ਵਚਨ ਹਨ, ਜੇ ਉਹਨਾਂ ਉੱਤੇ ਇਸ ਜੀਵ ਦੀ ਸ਼ਰਧਾ ਨਹੀਂ, ਫਿਰ ਉਹਨਾਂ ਬਚਨਾਂ ਨੂੰ ਇਹ ਧਿਆਨ ਦੇ ਨਾਲ ਸੁਣਿਆ ਨਹੀਂ ਕਰਦਾ ਕਦੀ ਵੀ। ਸੁਣਨ ਦਾ ਵੀ ਬਹੁਤ ਵੱਡਾ ਫਲ ਦੱਸਿਆ ਹੈ। 4 ਪੌੜੀਆਂ ਸੁਣਨ ਦੀਆਂ ਹੀ ਹਨ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਹਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਦੁਖ ਰੋਗ ਸੰਤਾਪ ਉਤਰੈ, ਸੁਣੀ ਸੱਚੀ ਬਾਣੀ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਅੰਤਰਗਤ ਤੀਰਥ ਮਲ ਨਾਉ। ਕਿੰਨੇ ਹੀ ਬਚਨ ਹਨ, ਸੁਣਨ ਦੇ ਨਾਲ ਹੀ ਕਹਿੰਦੇ ਜੀਵ ਪਵਿੱਤਰ ਹੋ ਜਾਂਦਾ ਹੈ। ਜਾਣੀ ਜਿੰਨੇ ਦੁੱਖ ਹਨ ਇਹਦੇ ਪਾਪਾਂ ਕਰਕੇ ਹਨ, ਜਿਹੜੇ ਇਸਨੇ ਜਨਮਾਂ ਜਨਮਾਂ ਦੇ ਪਾਪ ਕਰਮ ਕੀਤੇ ਹਨ, ਉਹਨਾਂ ਪਾਪਾਂ ਦਾ ਫਲ ਹੈ ਦੁੱਖ। ਦੁੱਖ ਕੋਈ ਇਹਨੂੰ ਦਿੰਦਾ ਨਹੀਂ ਹੈ, ਇਹਦੇ ਕਰਮਾਂ ਦਾ ਫਲ ਹੈ ਇਸਦੇ। ਜ਼ਿਆਦੇ ਮਨ ਕਰਕੇ ਗੁਰਬਾਣੀ ਨੂੰ ਸਰਵਣ ਕਰਦਾ ਹੈ, ਕੰਨਾਂ ਦੁਆਰਾ ਬਾਣੀ ਇਹਦੇ ਅੰਦਰ ਆਤਮੇ ਤੱਕ ਪਹੁੰਚਦੀ ਹੈ, ਜਿਹੜੇ ਅੰਦਰ ਇਹਦੇ ਉਹ ਕਰਮ ਬੈਠੇ ਨੇ ਉਹ ਸਾਫ਼ ਹੁੰਦੇ ਹਨ। ਹੁਣ ਇਹ ਕਹਿੰਦਾ ਆਪਣਾ ਗੁਰੂ ਹੈ, ਜੇ ਤਾਂ ਆਪਾਂ ਕਹਿ ਦਈਏ ਆਪਣੇ ਕੋਲੋਂ ਫਿਰ ਤਾਂ ਸ਼ੰਕਾ ਹੋ ਸਕਦੀ ਹੈ, ਪਰ ਗੁਰੂ ਉੱਤੇ ਕੋਈ ਸ਼ੰਕਾ ਨਹੀਂ ਹੁੰਦੀ ਜੀਵ ਦੀ। ਇਸ ਕਰਕੇ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ ਗੁਰੂ ਦੇ ਬਚਨਾਂ 'ਤੇ। ਸ਼ਰਧਾ ਯਾਨੀ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ। ਉਹ ਤੋਂ ਅੱਗੇ ਆਉਂਦੀ ਹੈ ਮਨ ਦੀ ਇਕਾਗਰਤਾ, ਸੁਰਤ ਨੂੰ ਇਕਾਗਰ ਕਰਨਾ, ਕਿਉਂਕਿ ਸੁਰਤ ਜਿਹੜੀ ਹੈ ਨਾ ਇਹ ਬਹੁਤ ਕੁਝ ਸੋਚਦੀ ਹੈ। ਇਹ ਵੀ ਦੱਸਿਆ ਵੀ ਜਿਹੋ ਜਿਹੀ ਇਸ ਸੁਰਤ ਦੀ, ਜਿਹੋ ਜਿਹੀ ਮਨ ਦੀ ਵਾਸ਼ਨਾ ਹੈ, ਕਹਿੰਦੇ ਉਹੋ ਜਿਹਾ ਇਹਦਾ ਜਨਮ ਹੁੰਦਾ ਅੱਗੇ ਜਾ ਕੇ। ਗੁਰਬਾਣੀ ਦੇ ਵਿੱਚ ਇਸ ਪ੍ਰਮਾਣ ਨੂੰ ਸਿੱਧ ਕੀਤਾ ਹੈ ਗੁਰੂ ਜੀ ਨੇ। ਵਾਸ਼ਨਾ ਜਿਹੜੀ ਹੈ ਨਾ ਅਗਲੇ ਜਨਮ ਦਾ ਹੇਤੂ ਹੈ ਇਸ ਦਾ। ਉਹ ਅਗਲਾ ਜਨਮ ਕਿਹੋ ਜਿਹਾ ਆਵੇਗਾ, ਗੁਰਬਾਣੀ ਦੇ ਵਿੱਚ ਦੱਸਿਆ ਆਪਾਂ ਨੂੰ। ਉਹ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਬਲ ਬਲ ਹੋਇ ਉਤਰੈ, ਰੀਵਾਈ ਗੋਬਿੰਦ ਨਾਮ ਮਤ ਵਿਸਰੈ। ਦਾਤਾ ਨਾ ਸਿੱਧ ਕਰਤਾ ਹੈ ਨਾ, ਜੇ ਤੇਰੀ ਸੋਚ, ਜੇ ਤੇਰੀ ਸੁਰਤ ਦੇ ਵਿੱਚ ਪੈਸੇ ਦਾ ਨਿਵਾਸ ਆ ਵੀ ਮੈਂ ਮਾਇਆ ਇਕੱਠੀ ਕਰੀ ਜਾਵਾਂ ਜਾਂ ਮੈਂ ਪੈਸਾ ਇਕੱਠਾ ਕਰ ਲਵਾਂ, ਜੇ ਇਹੋ ਜਿਹੀ ਤੇਰੀ ਸੁਰਤ ਦੇ ਵਿੱਚ ਇਹੋ ਜਿਹੀ ਵਾਸ਼ਨਾ ਹੈ ਨਾ, ਕਹਿੰਦੇ ਫਿਰ ਤੈਨੂੰ ਭਾਵੇਂ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਹੈ, ਭਾਵੇਂ ਤੂੰ ਗੁਰੂ ਵਾਲਾ ਵੀ ਬਣਿਆ, ਜੇ ਤੇਰੀ ਉਹ ਵਾਸ਼ਨਾ ਨਹੀਂ ਖਤਮ ਹੋਈ ਹੈ ਨਾ, ਫਿਰ ਤੈਨੂੰ ਸੱਪ ਦੀ ਜੁੰਨੀ ਮਿਲੇਗੀ ਅੱਗੇ ਜਾ ਕੇ। ਐ ਬਾਣੀ ਆਪਾਂ ਨੂੰ ਸਮਝਾਉਂਦੀ ਹੈ ਭਾਈ, ਕਿਤੇ ਸੱਪ ਬਣਨਾ ਨਾ ਪੈ ਜਾਏ ਮਾਇਆ ਦੇ ਪੁਜਾਰੀਆਂ ਨੂੰ, ਸੱਪ ਬਣਨਾ ਨਾ ਪੈ ਜਾਏ ਮਾਇਆ ਦੇ ਪੁਜਾਰੀਆਂ ਨੂੰ।
काल जो लक्ष्मी सिमरै, ऐसी चिंता में जो मरे, सर्प जौन बल बल होए उतरे। री भाई गोविंद नाम मत विसरे। इस दुनिया ਦੇ ਉੱਤੇ ਆ ਕੇ ਕੋਈ ਵੀ ਥਿਰ ਰਿਹਾ ਨਹੀਂ ਆ, ਸਭ ਚਲੇ ਗਏ ਹਨ। ਰਾਮ ਗਿਓ ਰਾਵਣ ਗਿਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਸਿਉ ਦੁਨੀਆ ਉੱਤੇ ਰਹਿ ਕੇ ਆਇਆ ਜਿਹੜਾ, ਉਹ ਰਿਹਾ ਨਹੀਂ ਹੈ। ਜਿਹਨੇ ਜਨਮ ਲਿਆ ਉਹਨੇ ਮਰਨਾ ਜ਼ਰੂਰ ਹੈ। ਆਪਾਂ ਵੀ ਮਰਨਾ ਹੈ। ਜਿਹੋ ਜਿਹੀ ਆਪਣੀ ਵਾਸ਼ਨਾ ਹੋਵੇਗੀ, ਉਹੋ ਜਿਹੀ ਆਪਣੀ ਗਤੀ ਹੋਵੇਗੀ। ਅੱਗੇ ਲਿਖਿਆ ਗੁਰੂ ਜੀ ਨੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੋਨ ਬਲ ਬਲ ਹੋਏ ਉਤਰੇ। ਜਿਹੜਾ ਘਰਾਂ 'ਤੇ ਜਿਹਦਾ ਖਿਆਲ ਰਹਿ ਗਿਆ, ਜਿਹੜਾ ਆਪਣੇ ਘਰਾਂ ਨੂੰ ਛੱਡ ਕੇ ਤੀਰਥਾਂ 'ਤੇ ਨਹੀਂ ਜਾਂਦਾ, ਗੁਰੂ ਘਰ ਜਾ ਕੇ ਸੇਵਾ ਨਹੀਂ ਕਰਦਾ, ਘਰਾਂ ਵਿੱਚੋਂ ਆਪਣਾ ਮਨ ਨਹੀਂ ਕੱਢਦਾ, ਕੰਮ ਵੀ ਸਾਰੇ ਹੋ ਗਏ, ਬੱਚਿਆਂ ਨੇ ਸਾਰੇ ਕੰਮ ਵੀ ਸਾਂਭ ਲਏ, ਪਰ ਘਰ ਮੰਜਾ ਫੇਰ ਨਹੀਂ ਛੱਡਦਾ ਇਹ। ਫਿਰ ਕਹਿੰਦੇ ਕਿੱਥੇ ਜਾਵੇਗਾ ਇਹ? ਕਹਿੰਦੇ ਇਹਨੂੰ ਪ੍ਰੇਤ ਦੀ ਜੂਨੀ ਮਿਲੇਗੀ। ਜਿਹੜੇ ਉਹੀ ਬੱਚੇ ਨੇ ਜਿਨ੍ਹਾਂ ਦੀ ਰਾਖੀ ਕਰਦਾ ਇਹ, ਫਿਰ ਉਹ ਸੱਦਣਗੇ ਓਲੀਏ, ਜਾਂ ਜਿਹੜੇ ਜਿਨ੍ਹਾਂ ਨੇ ਇਲਮ ਕੀਤੇ ਹੁੰਦੇ ਵੀ ਪ੍ਰੇਤਾਂ ਨੂੰ ਕੱਢਣ ਵਾਲੇ, ਵੀ ਇਹਨੂੰ ਘਰੋਂ ਕੱਢੋ। ਫਿਰ ਉਹ ਇਹਨੂੰ ਘਰੋਂ ਕੱਢਣ ਦਾ ਉਪਾਅ ਕਰਦੇ ਆ। ਫਿਰ ਇਹਦੇ ਆਪਣੇ ਨੇ ਇਹ, ਬਸ ਉਹ ਕਹਿੰਦੇ ਵੀ ਹੁਣ ਇਹਨੂੰ ਆਪਣੇ ਘਰ 'ਚ ਨਹੀਂ ਰਹਿਣ ਦੇਣਾ। ਜਦ ਪ੍ਰੇਤ ਦੀ ਜੂਨੀ ਮਿਲ ਜਾਂਦੀ ਹੈ, ਫਿਰ ਕਹਿੰਦੇ ਪ੍ਰੇਤ ਪਿੰਜਰ ਮੈਂ ਦੂਕ ਹਨੇਰੇ। ਇਹ ਨਹੀਂ ਕਿ ਪ੍ਰੇਤ ਹੈ ਨਹੀਂ ਆ, ਪ੍ਰੇਤ ਹੈ ਦੁਨੀਆ ਉੱਤੇ, ਉਹ ਆਪਾਂ ਹੀ ਬਣਦੇ ਆ। ਉਹ ਬਣਦੇ ਨੇ ਜਿਹਨਾਂ ਦਾ ਮਨ ਘਰਾਂ ਦੇ ਵਿੱਚ ਲੱਗਾ ਹੋਇਆ ਹੈ, ਉਹ ਬਣਦੇ ਨੇ। ਗੁਰਬਾਣੀ ਕਹਿੰਦੀ ਵੀ ਹੈ ਜ਼ਰੂਰ ਉਹ, ਪਰ ਉਸ ਜੂਨੀ 'ਚ ਕਹਿੰਦੇ ਦੁੱਖ ਬਹੁਤ ਹਨ। ਸਰੀਰ ਹੈ ਪਰ ਦਿਸਦਾ ਨਹੀਂ ਕਿਸੇ ਨੂੰ, ਉਹ ਰੋਟੀ ਨਹੀਂ ਖਾ ਸਕਦਾ ਤੇ ਤੜਫਦਾ ਹੈ ਉਹ। ਅੱਗੇ ਲਿਖਿਆ ਵੀ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੇ, ਬੇਸਵਾ ਜੌਨ ਬਲ ਬਲ ਹੋਏ ਉਤਰੇ। ਉਹਨੂੰ ਬੇਸਵਾ ਦੀ ਜੂਨੀ ਮਿਲ ਜਾਂਦੀ ਆ। ਫਿਰ ਸਾਰੀ ਜ਼ਿੰਦਗੀ ਪਾਪਾਂ ਦਾ ਫਲ ਕੀ ਆ? ਪਾਪੀ ਕਰਮ ਕਮਾਮਦੇ, ਕਰਦੇ ਹਾਏ ਹਾਏ, ਨਾਨਕ ਜੋ ਮੱਥਨ ਮਧਾਣੀਆਂ ਤੋਂ ਮਥੇ ਧਰਮ ਰਾਏ। ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੋ ਮਰੇ, ਸੂਕਰ ਜੋਨ ਬਲ ਬਲ ਹੋਏ ਉਤਰੇ। ਉਹਨੂੰ ਸੂਰੀ ਦੀ ਜੂਨੀ ਮਿਲ ਜਾਂਦੀ ਆ, ਜਿਹਦਾ ਮਨ ਬੱਚਿਆਂ ਦੇ ਵਿੱਚ ਰਹਿ ਜਾਂਦਾ ਹੈ। ਫਿਰ 12 ਬੱਚੇ 6 ਮਹੀਨੇ ਬਾਅਦ ਉਹ ਫਿਰ ਸੂਰੀ ਦਿੰਦੀ ਆ। ਉਹ ਦੇਖ ਲਓ ਕਿੰਨਾ ਦੁੱਖ ਆ ਉਹ। ਅੰਤ ਕਾਲ ਜੋ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੇ ਵਸੈ। ਫਿਰ ਨਾਰਾਇਣ ਕਿਹੜਾ ਸਿਮਰੇਗਾ? ਜਿਹਦੀ ਸੁਰਤ ਜਿਹੜੀ ਹੈ ਨਾ ਉਹ ਸਾਫ਼ ਹੋ ਚੁੱਕੀ ਹੈ, ਜਿਹੜਾ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਚੁੱਕਾ ਹੈ। ਮੁਕਤੀ ਇਹਨੇ ਮਰ ਕੇ ਨਹੀਂ ਪਾਉਣੀ ਨਾ। ਗੁਰਬਾਣੀ 'ਚ ਲਿਖਿਆ ਵੀ ਮਰਨ ਮੁਕਤ ਕਿਨ ਪਾਈ। ਮੁਕਤੀ ਤਾਂ ਇਹਨੇ ਜੀਵਨ ਦੇ ਵਿੱਚ ਰਹਿੰਦਿਆਂ ਹੀ ਪਾਉਣੀ ਆ। ਉਹਦਾ ਇਸ ਨੇ ਅਭਿਆਸ ਕਰਨਾ ਵੀ ਮੁਕਤ ਕਿਵੇਂ ਹੋਣਾ ਇਹਨਾਂ ਬੱਚਿਆਂ ਤੋਂ, ਮਾਇਆ ਤੋਂ, ਪਦਾਰਥਾਂ ਤੋਂ ਆਪਣਾ ਮਨ ਕਿਵੇਂ ਪਰੇ ਕਰਨਾ ਹੈ। ਹੁਣ ਉਹ ਜ਼ੋਰ ਨਾਲ ਨਹੀਂ ਹੋਵੇਗੀ, ਉਹ ਹੋਵੇਗੀ ਜੁਗਤੀ ਨਾਲ। ਜ਼ੋਰ ਨਾ ਜੁਗਤੀ ਸੁਟੇ ਸੰਸਾਰ।
ਜੋੜ ਦੇ ਨਾਲ ਨਹੀਂ ਸੁੱਟਣਾ ਸੰਸਾਰ, ਇਹ ਜੁਗਤੀ ਦੇ ਨਾਲ ਸੁੱਟਣਾ ਹੈ। ਜੁਗਤੀ ਕੀ ਆ? ਕਹਿੰਦੇ ਆਪਣੀ ਸੁਰਤ ਨੂੰ ਗੁਰਬਾਣੀ ਔਰ ਨਾਮ ਦੇ ਨਾਲ ਜੋੜ। ਜਿਆਦਾ ਜੋੜੇਗਾ ਫਿਰ ਇਹਦੀ ਸੁਰਤ ਵਿੱਚ ਇੱਕ ਸ਼ਕਤੀ ਪੈਦਾ ਹੋਵੇਗੀ। ਉਹ ਸ਼ਕਤੀ ਦਾ ਨਾਮ ਹੈ ਵਿਵੇਕ। ਵਿਵੇਕ ਕਿਹਨੂੰ ਕਹਿੰਦੇ ਆ? ਜਿਵੇਂ ਹੰਸ ਇੱਕ ਪੰਛੀ ਆ, ਉਹਦੀ ਜੀਭ ਦੇ ਉੱਤੇ ਪਰਮੇਸ਼ਰ ਵੱਲੋਂ ਖੱਟਾ ਪਦਾਰਥ ਲੱਗਾ ਹੋਇਆ ਹੁੰਦਾ। ਜਦ ਉਹ ਦੁੱਧ ਵਿੱਚ ਆਪਣੀ ਚੁੰਝ ਮਾਰਦਾ, ਦੁੱਧ ਫਟ ਜਾਂਦਾ, ਫਿਰ ਜਿਹੜੀ ਉਹ ਫੁੱਟੀਆਂ ਹਨ ਉਹ ਹੰਸ ਖਾਂਦਾ ਤੇ ਪਾਣੀ ਛੱਡ ਦਿੰਦਾ। ਉਹ ਦੁੱਧ ਔਰ ਪਾਣੀ ਅਲੱਗਾ ਹੋ ਜਾਂਦੇ ਹਨ ਉਹਦੀ ਚੁੰਝ ਦੇ ਨਾਲ। ਇਸੇ ਤਰ੍ਹਾਂ ਜਿਆਦਾ ਸੁਰਤ ਆਪਣੀ ਗੁਰਬਾਣੀ, ਸਤਸੰਗਤ, ਭਜਨ ਕੀਰਤਨ, ਨਾਮ ਦੇ ਨਾਲ ਜੋੜੇਗਾ, ਫਿਰ ਇਹਦੇ ਸੁਰਤ ਦੇ ਅੰਦਰ ਇੱਕ ਸ਼ਕਤੀ ਪੈਦਾ ਹੋਵੇਗੀ। ਉਹ ਜਿਹੜੀ ਸ਼ਕਤੀ ਆ ਉਹ ਫਿਰ ਇਹਨੂੰ ਜਿਹੜੀ ਅਸਤ ਵਸਤੂ ਹੈ। ਅਸਤ ਕੀ ਹੈ? ਅਸਤ ਹੈ ਸੰਸਾਰ, ਸਤ ਕੀ ਹੈ? ਨਾਮ। ਨਾਮ ਸਤ ਹੈ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਝੂਠ 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 ਦੂਣੀ ਗਮਾਨ, ਸਤ 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 ਤੇਰੋ ਨਾਮ। ਫਿਰ ਇਹ ਦੁਨੀਆ ਨੂੰ ਛੱਡੇਗਾ। ਇਹ ਫਿਰ ਆਪਣੀ ਜਿਹੜੀ ਸੁਰਤ ਹੈ ਇਹ ਨਾਮ ਦੇ ਨਾਲ ਜੋੜੇਗਾ। ਫਿਰ ਦੁਨੀਆ ਇਹਦੇ ਮਨ ਦੇ ਵਿੱਚੋਂ ਮਰ ਜਾਵੇਗੀ। ਇਹ ਦੁਨੀਆ ਕੰਨੋਂ ਮਰ ਜਾਵੇਗਾ। ਉਹਨੂੰ ਕਹਿੰਦੇ ਆ ਜੀਵਨ ਮੁਕਤ। ਜਿਹੜਾ ਇਹੋ ਜਿਹਾ ਇਨਸਾਨ ਹੋਵੇਗਾ ਉਹਨੂੰ ਮੁਕਤੀ ਮਿਲੇਗੀ। ਐ ਕਹਿ ਦੇਵੇ ਵੀ ਹੁਣ ਪਾਠ ਕਰਵਾ ਦਿਓ ਵੀ ਉਹਦੀ ਮੁਕਤੀ ਹੋ ਜਾਵੇ, ਅਰਦਾਸ ਕਰ ਦਿਓ ਗ੍ਰੰਥੀ ਸਿੰਘ ਨੂੰ ਕਹਿ ਦਈਏ, ਐ ਮੁਕਤੀ ਨਹੀਂ ਹੋਣੀ। ਮੁਕਤੀ ਤਾਂ ਗੁਰਬਾਣੀ ਕਹਿੰਦੇ ਤੈਨੂੰ ਜੀਵਨ ਵਿੱਚ ਰਹਿੰਦਿਆਂ ਹੀ ਤੈਨੂੰ ਉਹਦਾ ਉਪਰਾਲਾ ਕਰਨਾ ਪਵੇਗਾ। ਜਿਹੜਾ ਜੀਵਨ ਮੁਕਤ ਹੋਵੇਗਾ ਉਹੀ ਅੱਗੇ ਮੁਕਤ ਹੋਵੇਗਾ। ਐਂ ਗੁਰਬਾਣੀ 'ਚ ਲਿਖਿਆ ਭਾਈ। ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ, ਮਰ ਜੀਵੇ। ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ। ਜੀਵਨ ਮੁਕਤ ਸੋ ਆਖੀਐ, ਜੀਵਨ ਮੁਕਤ ਸੋ ਆਖੀਐ। ਜੀਵਨ ਮੁਕਤ ਸੋ ਆਖੀਐ, ਜੀਵਨ ਮੁਕਤ ਸੋ ਆਖੀਐ। ਮਰ ਜੀਵੇ ਮਰਿਆ ਜੀ, ਮਰ ਜੀਵੇ ਮਰਿਆ ਜੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਣਿਆ ਰਾਮ ਰਾਜ, ਜਿਸ ਲਾਗੀ ਪੀਰ ਪਰਮ ਦੀ। ਜਿਸ ਲਾਗੀ ਪੀਰ ਪਰਮ ਦੀ, ਹੋ ਜਾਣੇ ਜਰਿਆ
ਮਿੱਤਰਾ ਇਨਸਾਨ ਜੀਵਨ ਮੁਕਤ ਹੋ ਕੇ ਰੱਬ ਦੀ ਬੰਦਗੀ ਕਰਦਾ, ਫਿਰ ਉਹਦੇ ਅੰਦਰ ਪਰਮੇਸ਼ਰ ਦੀ ਜਿਹੜੀ ਸ਼ਕਤੀ ਆ ਜਾਂ ਜਿਹੜੀ ਨਾਮ ਦੀ ਸ਼ਕਤੀ ਆ ਉਹ ਫਿਰ ਪੈਦਾ ਹੁੰਦੀ ਆ। ਜਿਹੜੀ ਰੂਹਾਨੀਅਤ ਆ ਨਾ, ਜਿਹਨੂੰ ਆਪਾਂ ਕਹਿੰਦੇ ਆ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਜਨ 10ਵਾਂ ਦੁਹਾਰ ਦਿਖਾਇਆ, ਉਹ ਜਿਹੜੀ ਮੰਜ਼ਲ ਹੈ ਨਾ, ਉਹ ਭਈ ਪ੍ਰਾਪਤ ਮਾਨਕ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਉੱਥੇ ਉਹ ਪਹੁੰਚ ਜਾਂਦਾ, ਫਿਰ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਫਿਰ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇ। ਜਿਨ੍ਹਾਂ ਨੇ ਉਸ ਤਰੀਕੇ ਸਿਰ ਪਰਮੇਸ਼ਰ ਦੀ ਬੰਦਗੀ ਕੀਤੀ, ਬੰਦਗੀ ਤਾਂ ਆਪਾਂ ਵੀ ਕਰਦੇ ਹਾਂ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਬੰਦਗੀ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ। ਸੇਵਾ ਵੀ ਬਹੁਤ ਹੁੰਦੀ ਆ, ਸੇਵਾ ਦਾ ਵੀ ਕੋਈ ਅੰਤ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਨੇ ਸੇਵਾ ਕਰਨੀ ਆ, ਪਰ ਜਦ ਤੱਕ ਆਪਾਂ ਸ਼ਾਮ ਨੂੰ ਸਾਰੀ ਸੇਵਾ ਖਰਾਬ ਨਹੀਂ ਕਰਨੀ, ਸਾਨੂੰ ਚੈਨ ਨਹੀਂ ਆਉਣੀ। ਸੇਵਾ ਕਿਵੇਂ ਖਰਾਬ ਹੁੰਦੀ ਹੈ? ਉਹ ਨਿੰਦਿਆ ਚੁਗਲੀ ਕਰਕੇ। ਜਦ ਆਪਾਂ ਬੈਠ ਕੇ ਕਿਸੇ ਦੀ ਵੀ ਨਿੰਦਿਆ ਕਰਤੀ, ਕਰੇ ਨਿੰਦ ਸਭ ਬਿਰਥਾ ਜਾਏ, ਸਭ ਕੁਝ ਬਿਰਥਾ ਚਲਾ ਗਿਆ। ਸਾਲਾਂ ਬੱਧੀ ਲੱਗੇ ਆ ਸੇਵਾ ਕਰਨ ਤੋਂ ਇਨਸਾਨ, ਪਰ ਕੰਮ ਨਹੀਂ ਰਾਸ ਆਉਂਦੇ। ਫਿਰ ਕਹਿੰਦੇ ਜੀ ਉਹ ਫਲਾਣੇ ਗੁਰਦੁਆਰੇ ਦਾ ਕਸੂਰ ਵਾ, ਵੀ ਫਲਾਣੇ ਗੁਰਦੁਆਰੇ ਦਾ ਕਸੂਰ ਆ। ਗੁਰੂ ਘਰ ਦਾ ਕਸੂਰ ਨਹੀਂ ਆ। ਕਸੂਰ ਇਨਸਾਨ ਤੋਂ ਤੇਰਾ ਆਪਣਾ, ਤੂੰ ਆਪਣੇ ਕਸੂਰ ਨੂੰ ਲੱਭ ਕਿ ਮੇਰੀ ਗਲਤੀ ਕਿੱਥੇ ਆ, ਮੇਰੀ ਸੇਵਾ ਕਿਉਂ ਨਹੀਂ ਸਫਲੀ ਹੁੰਦੀ, ਮੇਰਾ ਨਾਮ ਜਪਿਆ ਕਿਉਂ ਨਹੀਂ ਸਫਲਾ ਹੁੰਦਾ। ਤਦ ਸਫਲਾ ਹੋਵੇਗਾ ਤੇ ਗੁਰੂ ਦਾ ਗਿਆਨ ਵੀ ਲਵੇਗਾ। ਗੁਰੂ ਦਾ ਗਿਆਨ ਮਿਲਣਾ ਸਤਸੰਗਤ ਵਿੱਚ ਆ ਕੇ। ਹੁਣ ਸਤਸੰਗਤ ਵਿੱਚ ਆਪਾਂ ਬੈਠਣਾ ਨਹੀਂ ਆ, ਸਤਸੰਗਤ ਦੇ ਵਿੱਚ ਆ ਕੇ ਗੁਰਬਾਣੀ ਦੀ ਵਿਚਾਰ ਸਰਵਣ ਨਹੀਂ ਕਰਨੀ, ਵੀ ਗੁਰਬਾਣੀ ਆਪਾਂ ਨੂੰ ਕੀ ਕਹਿੰਦੀ ਹੈ, ਕਿੱਥੋਂ ਆਪਾਂ ਨੂੰ ਉਠਾਉਂਦੀ ਆ, ਕਿੱਥੇ ਬਿਠਾਉਂਦੀ ਆ, ਕਿੱਥੇ ਪਰੇ ਹੋਣ ਨੂੰ ਕਹਿੰਦੀ ਆ, ਕਿੱਥੇ ਜੁੜਨ ਨੂੰ ਕਹਿੰਦੀ ਆ, ਉਹ ਆਪਾਂ ਨੇ ਵਿਚਾਰ ਸੁਣਨੀ ਨਹੀਂ ਹੈ। ਜਦ ਉਹ ਸੁਣੇਗਾ ਨਾ ਗੁਰਬਾਣੀ ਦੀ ਵਿਚਾਰ, ਫਿਰ ਪਤਾ ਲੱਗੇਗਾ। ਉਹਨੂੰ ਸੁਣਨਾ ਵੀ ਮਨ ਨੂੰ ਇਕਾਗਰ ਕਰਕੇ ਆ। ਜੇ ਮਨ ਇਕਾਗਰ ਕਰਕੇ ਨਹੀਂ ਸੁਣੇਗਾ ਤਾਂ ਵੀ ਨਹੀਂ ਗੱਲ ਬਣੇਗੀ। ਵਿਚਾਰ ਨੇ ਤਦ ਤੇਰੇ ਅੰਦਰ ਸ਼ਕਤੀ ਪੈਦਾ ਕਰਨੀ ਆ, ਤੇਰੇ ਮਨ ਨੂੰ ਮੋੜਨਾ ਜਦ ਤੂੰ ਮਨ ਨੂੰ ਇਕਾਗਰ ਕਰੇਗਾ। ਮਨ ਦੀ ਸਾਰੀ ਖੇਡ ਵਾ, ਮਨ ਦਾ ਹੀ ਸਭ ਕੁਝ ਹੈ। ਗੁਰਬਾਣੀ ਦੇ ਵਿੱਚ ਮਨ ਹੀ ਵਾਸਤੇ ਲਿਖਿਆ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਜਿਹੜਾ ਇਨਸਾਨ ਪਰਮੇਸ਼ਰ ਦੀ ਬੰਦਗੀ ਮਨ ਕਰਕੇ ਕਰਦਾ ਹੈ, ਮਨ ਦੇ ਨਾਲ ਬੰਦਗੀ ਕਰਦਾ। 2 ਕਿਸਮ ਦੀ ਬੰਦਗੀ ਆ, ਇੱਕ ਜਾਪ ਹੈ, ਇੱਕ ਜਪਾ ਹੈ। ਜਾਪ ਤਾਂ ਆਪਾਂ ਮੂੰਹ ਦੇ ਨਾਲ ਕਰਦੇ ਆ, ਅਜਪਾ ਜਿਹੜਾ ਉਹ ਮਨ ਦੇ ਨਾਲ ਕੀਤਾ ਜਾਂਦਾ। ਜਾਪ ਦੇ ਵਿੱਚ ਜੀਭ ਹਿਲਦੀ ਆ, ਅਜਪਾ ਦੇ ਵਿੱਚ ਨਾ ਜੀਭ ਹਿਲਣੀ ਨਾ ਬੋਲ ਹਿਲਣੀ ਆ, ਉੱਥੇ ਮਨ ਦੇ ਨਾਲ ਬੰਦਗੀ ਹੋਣੀ ਆ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਬੜੀ ਦੁਨੀਆ ਕਿਤੇ ਨਾ ਕਿਤੇ ਧਿਆਨ ਧਰਦੀ ਆ, ਕੋਈ ਤਰਕੁਟੀ ਦੇ 'ਚ ਧਰਨ ਡਿਆ ਆ, ਕੋਈ ਆਗਿਆ ਚੱਕਰ 'ਚ ਧਰਦਾ, ਕੋਈ 10ਵੇਂ ਦੁਆਰ 'ਚ ਧਿਆਨ ਧਰਦਾ ਵੀ ਮੈਂ ਉੱਥੇ ਪਹੁੰਚ ਜਾਵਾਂ। ਪਰ ਕਹਿੰਦੇ ਮੈਂ ਜਿਹੜੀ ਬੰਦਗੀ ਕਰਦਾ, ਕਹਿੰਦੇ ਉਹ ਮਨ ਦੇ ਨਾਲ ਕਰਦਾ ਆ, ਮਨ ਦੇ ਨਾਲ। ਮਨ ਦੀ ਸਾਰੀ ਖੇਡ ਹੈ ਬਸ। ਜਦ ਮਨ ਦੇ ਵਿੱਚ ਨਾਮ ਆ ਗਿਆ, ਜਦ ਮਨ ਨਾਮ ਦੇ ਨਾਲ ਜੁੜ ਜਾਵੇਗਾ, ਉਹ ਨਾਮ ਹੈ ਜਿਹੜਾ ਤੈਨੂੰ ਵਾਹਿਗੁਰੂ ਦੇ ਦੇਸ਼ ਨੂੰ ਲੈ ਕੇ ਚਲਾ ਜਾਵੇਗਾ। ਉੱਥੇ ਜਦ ਪਹੁੰਚੇਗਾ ਨਾ, ਫਿਰ ਜਿਹੜਾ ਤੇਰਾ ਮਨ ਹੈ ਉਹ ਰੱਬ ਦਾ ਰੂਪ ਹੋ ਜਾਵੇਗਾ। ਆਓ, ਇੱਕ ਭਾਈ ਗੜੀਆ ਜੀ ਹੋਏ ਆ, ਭਾਈ ਗੜੀਆ ਜੀ।
ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਗੁਰਸਿੱਖੀ ਧਾਰਨ ਕੀਤੀ ਹੋਈ ਸੀ। ਅੰਮ੍ਰਿਤ ਵੇਲੇ ਉੱਠਣਾ, ਪਰਮੇਸ਼ਰ ਦੀ ਬੰਦਗੀ ਕਰਨੀ, ਜੋ ਗੁਰੂ ਕਾ ਉਪਦੇਸ਼ ਹੈ ਸਿੱਖ ਵਾਸਤੇ। ਸਿੱਖ ਕਿਹੜਾ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉੱਠ ਹਰ ਨਾਮ ਧਿਆਵੈ। ਭਲਕੇ ਨਾਮ ਹੈ ਅੰਮ੍ਰਿਤ ਵੇਲੇ ਦਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੀ ਬੰਦਗੀ ਕਰਦਾ, ਕਹਿੰਦੇ ਉਹ ਗੁਰੂ ਦਾ ਸਿੱਖ ਆ। ਜੇ ਅੰਮ੍ਰਿਤ ਵੇਲੇ ਨਹੀਂ ਉੱਠਦਾ, ਕਹਿੰਦੇ ਜਿਉਂਦਾ ਹੀ ਮੁਰਦਾ ਹੈ। ਪਿਛਲ ਰਾਤ ਨਾ ਜਾਗਿਓ ਜਵੰਦੜਿਓ ਮੋਇਓ, ਉਹ ਤਾਂ ਕਹਿੰਦੇ ਜਿਉਂਦੇ ਹੀ ਮਰੇ ਹਨ ਉਹ। ਇਸ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ ਨਾ, ਪਹਿਲਾਂ ਤਾਂ ਉਹਨੇ ਗੁਰੂ ਦਾ ਬਚਨ ਕਮਾਉਣਾ ਹੈ। ਜਦ ਗੁਰੂ ਦਾ ਬਚਨ ਕਮਾਵੇਗਾ, ਗੁਰੂ ਆਪਣੀ ਸ਼ਕਤੀ ਵੀ ਦੇਵੇਗਾ, ਗੁਰੂ ਆਪਣੀ ਮਿਹਰ ਵੀ ਕਰੇਗਾ। ਪਹਿਲਾਂ ਇਸਨੇ ਬਚਨ ਕਮਾਉਣਾ ਹੈ। ਜਿਵੇਂ ਦੱਸਿਆ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪਹਿਲਾਂ ਤਾਂ ਇੱਕ ਕਦਮ ਪੁੱਟਣਾ ਆ। ਪਹਿਲਾ ਇਨਸਾਨ ਤੇਰੀ ਇਹ ਜਿਹੜੀ ਹੈ ਨਾ, ਇਹ ਤੇਰੀ ਬਚਨ ਮੰਨਣ ਦੀ ਪਹਿਲਾਂ ਇਹੀ ਤੇਰੀ ਜਿਹੜੀ ਹੈ ਨਾ ਇਹ ਡਿਊਟੀ ਆ, ਵੀ ਪਹਿਲਾਂ ਤੈਂ ਆਪਣਾ ਇੱਕ ਕਦਮ ਪੱਟ ਸ਼ਰਧਾ ਦੇ ਨਾਲ, ਫਿਰ ਗੁਰੂ ਆਵੇਗਾ ਕੜੋਲਾ ਕਦਮ ਅੱਗੇ ਲੈਣ ਵਾਸਤੇ। ਜੇ ਬਚਨੇ ਨਹੀਂ ਕਮਾਵੇਗਾ, ਪੈਰੇ ਨਹੀਂ ਪੱਟੇਗਾ, ਫਿਰ ਗੁਰੂ ਵੀ ਕਿਵੇਂ ਆਵੇਗਾ? ਸੋ ਪਹਿਲਾਂ ਗੁਰੂ ਦਾ ਬਚਨ ਕਮਾਉਣਾ। ਜੇ ਸਿੱਖ ਬਣਨਾ ਹੈ ਨਾ, ਪਹਿਲਾਂ ਗੁਰੂ ਦਾ ਬਚਨ ਕਮਾ, ਜੋ ਆਪਾਂ ਨੂੰ ਗੁਰੂ ਜੀ ਕਹਿੰਦੇ ਆ। ਭਲਕੇ ਉੱਠ ਕੇ ਤੇ ਆਵੇ ਹਰੀ ਨਾਮ ਨੂੰ, ਸਿੱਖ ਜਿਹੜੇ ਵਾਹਿਗੁਰੂ ਦੇ। ਭਲਕੇ ਉੱਠ ਕੇ ਤੇ ਆਵੇ ਹਰੀ ਨਾਮ ਨੂੰ, ਸਿੱਖ ਜਿਹੜੇ ਵਾਹਿਗੁਰੂ ਦੇ। ਭਲਕੇ ਉੱਠ ਕੇ ਤੇ ਆਉਂਦੇ ਹਰੀ ਨਾਮ ਨੂੰ, ਤੇ ਆਉਂਦੇ ਹਰੀ ਨਾਮ ਨੂੰ, ਸਿੱਖ ਜਿਹੜੇ ਵਾਹਿਗੁਰੂ ਦੇ। ਭਲਕੇ ਉੱਠ ਕੇ ਤੇ ਆਉਂਦੇ ਹਰੀ ਨਾਮ ਨੂੰ, ਸਿੱਖ ਜਿਹੜੇ ਵਾਹਿਗੁਰੂ ਦੇ।
ਨਵਾਈ ਗੜੀਆ ਅੰਮ੍ਰਿਤ ਵੇਲੇ ਉੱਠ ਕੇ, ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਰੋਜ਼ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦਾ ਹੈ। ਗੁਰ ਮੰਤਰ ਦਾ ਜਾਪ ਕਰਦਿਆਂ ਕਰਦਿਆਂ ਜਿਹੜਾ 10ਵਾਂ ਦੁਆਰਾ ਸੀ ਉਹ ਖੁੱਲ੍ਹ ਗਿਆ। ਜਿੰਨੀਆਂ ਰਿਧੀਆਂ ਸਿੱਧੀਆਂ ਸਭ ਉਹਦੇ ਦੁਆਰੇ ਤੇ ਅੱਗੇ ਆ ਕੇ ਖੜੀਆਂ ਹੋ ਗਈਆਂ, ਕਿਉਂਕਿ ਜਿਹੜੇ ਰੱਬ ਦੀ ਬੰਦਗੀ ਕਰਦੇ ਹਨ ਉਹਨਾਂ ਦੇ ਦੁਆਰੇ ਤੇ ਰਿੱਧੀਆਂ ਸਿੱਧੀਆਂ ਖੜੀਆਂ ਰਹਿੰਦੀਆਂ ਹਨ। ਜਿਹਦਾ ਕਿਤੇ ਕੰਮ ਕਰਨਾ ਹੁੰਦਾ ਉਹਨੂੰ ਹੁਕਮ ਕਰ ਦਿੰਦੇ ਆ, ਉਹ ਕੰਮ ਕਰ ਆਉਂਦੀ ਹੈ, ਪਰ ਹੈ ਉਹ ਨਾਮ ਦੇ ਪਿੱਛੇ ਸਭ। ਪੜ੍ਹਦੇ ਆਪਾਂ ਜ਼ਰੂਰ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। 2-2 ਪਾਠ ਵੀ ਸੁਖਮਨੀ ਸਾਹਿਬ ਦੇ, 3-3 ਵੀ ਕਰਦੇ ਆ, ਪਰ ਜਿਹੜੇ ਫਾਰਮੂਲੇ ਵਿੱਚ ਲਿਖੇ ਆ ਨਾ ਸੁੱਖਾਂ ਦੇ, ਉਹ ਨਹੀਂ, ਉੱਧਰ ਨੂੰ ਨਹੀਂ ਤੁਰਨਾ, ਕਿਉਂਕਿ ਸੁਰਤ ਹੀ ਨਹੀਂ ਲੱਗੀ ਹੋਈ। ਉਹ ਤਾਂ ਇਹ ਹੈ ਵੀ ਮੈਂ 2 ਕਰਨੇ ਵੀ ਫਟਾਫਟ ਕਰ ਲਾਂ, ਵੀ ਇੱਕ ਪਾਠ ਮੈਂ 45 ਮਿੰਟ 'ਚ ਕਰ ਲੈਂਦਾ, ਉਹ ਪਾਠ ਤਾਂ ਨਹੀਂ ਹੋਇਆ। ਉਹ ਤਾਂ ਮਸ਼ੀਨ ਚੱਲੀ ਜਾਂਦੀ ਹੈ, ਟਕ ਟਕ ਟਕ, ਬਸ ਅੰਦਰ ਨਹੀਂ ਕੁਛ ਵੀ ਗਿਆ। ਸਿਉਂ ਜਿਹੜੇ ਅੰਦਰ ਲੈ ਕੇ ਜਾਂਦੇ ਉਹ ਬਾੜਾ ਪੜ੍ਹਦੇ ਨਹੀਂ ਆ, ਜੋ ਲਿਖਿਆ ਨਾ ਉਹ ਕੰਮ ਕਰਦੇ ਆ, ਫਿਰ ਉਹ ਬਚਨ ਕਮਾਉਂਦੇ ਆ ਗੁਰਬਾਣੀ ਦਾ। ਬਚਨ ਹੀ ਕਮਾਉਣਾ ਬਸ ਆਪਾਂ ਨੇ, ਪੜ੍ਹੀ ਜਾਂਦੇ ਆ, ਬਚਨ ਨਹੀਂ ਕਮਾਉਣਾ ਆਪਾਂ ਨੇ। ਮਹਾਰਾਜ ਕਹਿੰਦੇ ਵੀ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਧ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ। ਪੜ੍ਹਿਆ ਜੇਤੇ ਬਰਸ ਬਰਸ, ਪੜ੍ਹਿਆ ਜੇਤੇ ਮਾਸ, ਪੜ੍ਹਿਆ ਜੇਤੀ ਆਰਜਾ, ਪੜ੍ਹਿਆ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਝਾਖ ਐ ਕਹਿੰਦੇ ਆ। ਹੋਰ ਤਾਂ ਹੋਮੇ ਦੀ ਲੜਾਈ ਆ ਵੀ ਮੈਂ ਇੰਨੇ ਕਰਦਾ ਭਾਈ, ਹੋਮੇ ਦੀ ਲੜਾਈ ਆ ਉਹ। ਐ ਮਾਣੀ ਕਹਿੰਦੀ ਐ ਭਾਈ ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਆ, ਪੜ ਪੜ ਭਾਵੇਂ ਗੱਡੀ ਲੱਦ ਲੈ, ਤੇਰੀ ਇੱਕੋ ਗੱਲ ਲੇਖੇ ਵਿੱਚ ਪੈਣੀ ਆ, ਪੜ ਪੜ ਭਾਵੇਂ ਗੱਡੀ ਲੱਦ ਲੈ।
ਮਹਾਰਾਜ ਜੀ ਨੇ ਸੋਚਿਆ ਵੀ ਇਹ ਹੁਣ ਆਪਣੀ ਮੰਜ਼ਿਲ 'ਚ ਪਹੁੰਚ ਗਿਆ, ਜਾਣੀ ਇਹ ਹੁਣ ਮੁਕਤ ਹੋ ਗਿਆ ਹੈ। ਜਿਹੜਾ ਮੁਕਤ ਹੋ ਗਿਆ ਉਹ ਦੂਏ ਨੂੰ ਵੀ ਮੁਕਤ ਕਰ ਸਕਦਾ। ਨਾਰਾਇਣ ਨਰਪਤ ਨਮਸਕਾਰੇ, ਐਸੋ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਉਹਨੂੰ ਫਿਰ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਉਹਨੂੰ ਹੁਕਮ ਕੀਤਾ ਵੀ ਤੂੰ ਆਪਣੇ ਇਲਾਕੇ 'ਚੋਂ ਆਪਣਾ ਘਰ ਛੱਡ ਕੇ ਤੂੰ ਜੰਮੂ ਕਸ਼ਮੀਰ ਨੂੰ ਚਲਾ ਜਾ, ਉੱਥੇ ਗੁਰਸਿੱਖੀ ਦਾ ਪ੍ਰਚਾਰ ਕਰ। ਉਹਨੂੰ ਸੰਦੇਸ਼ਾ ਮਿਲਿਆ, ਉਹਨੇ ਆਪਣਾ ਘਰ ਛੱਡਿਆ। ਉਸੇ ਵੇਲੇ ਤੁਰਿਆ ਜਾਂਦਾ ਰਾਹ ਵਿੱਚ ਗੁਜਰਾਤ ਆ ਗਿਆ। ਉੱਥੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਵੀ ਭਾਈ ਗੜੀਆ ਗੁਰਸਿੱਖੀ ਦੀ ਪ੍ਰਚਾਰ ਵਾਸਤੇ ਜੰਮੂ ਕਸ਼ਮੀਰ ਨੂੰ ਜਾ ਰਿਹਾ। ਇਕੱਠੀਆਂ ਹੋ ਗਈਆਂ। ਇੱਕ ਭਾਈ ਦੋਲਾ ਨਾਮ ਦਾ ਸੀ, ਮੁਸਲਮਾਨ ਸੀ। ਉਹ ਸੀ ਮੁਸਲਮਾਨ, ਸੀ ਗੁਰੂ ਦਾ ਸਿੱਖ, ਜਾਣੀ ਗੁਰੂ ਘਰ ਦਾ ਸ਼ਰਧਾਲੂ ਸੀ। ਉਹਨੇ ਸੋਚਿਆ ਵੀ ਆਪਾਂ ਕਿਉਂ ਨਾ ਭਾਈ ਗੜੀਏ ਦੀ ਸੇਵਾ ਕਰੀਏ, ਉਹਨੂੰ ਆਪਣੇ ਕੋਲ ਠਹਿਰਾਈਏ ਕੁਛ ਦਿਨ। ਭਾਈ ਗੜੀਆ ਜੀ ਪਹੁੰਚਿਆ, ਉਹਨਾਂ ਨੇ ਅੱਗੇ ਹੋ ਕੇ ਉਹਦਾ ਸਤਿਕਾਰ ਕੀਤਾ, ਉਹਨੂੰ ਲੈ ਕੇ ਗਏ। ਭਾਈ ਜਿਹੜਾ ਦੋਲਾ ਸੀ ਉਹ ਰਿੱਧੀਆਂ ਸਿੱਧੀਆਂ ਦਾ ਬਹੁਤ ਮਾਲਕ ਸੀ। ਉਹਨੇ ਬੜੀ ਸੇਵਾ ਕੀਤੀ ਵੀ ਗੁਰੂ ਦਾ ਸਿੱਖ ਵਾ, ਵੀ ਸੇਵਾ ਕਰਕੇ ਆਪਾਂ ਲਾਭ ਲਈਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਪੰਜ ਵਾਰ ਗੰਗ ਜਾਏ, ਬਾਰ ਪੰਜ ਪਰਾਗ ਨਾਏ, ਤੈਸਾ ਪੁਨ ਏਕ ਸਿੱਖ ਕੋ ਨਿਭਾਏਗਾ। ਜਾਣੀ ਸਿੱਖ ਦੀ ਜਿਹੜੀ ਸੇਵਾ ਨਾ, ਇੱਕ ਸਿੱਖ ਹੋਵੇ ਗੁਰੂ ਦਾ, ਉਹਦੀ ਜਿਹੜੀ ਸੇਵਾ ਕਹਿੰਦੇ ਤੂੰ 5 ਵਾਰ ਗੰਗਾ ਦੇ ਚਲੇ ਜਾ, 60 ਵਾਰ ਤੂੰ ਪਰਾਗ ਦੀ ਯਾਤਰਾ ਕਰ ਲਾ, ਤੀਰਥਾਂ ਤੇ ਚਲਾ ਜਾ। ਕਹਿੰਦੇ ਇਹਦੇ ਨਾਲ ਵੀ ਜ਼ਿਆਦਾ ਪੁੰਨ ਜਿਹੜਾ ਹੈ ਨਾ, ਇੱਕ ਸਿੱਖ ਦੀ ਸੇਵਾ ਕਰ ਲਾ। ਇੱਕ ਸਿੱਖ ਦਾ ਇਸ਼ਨਾਨ ਕਰਾ ਦੇ, ਤੈਨੂੰ ਇੰਨਾ ਫਲ ਮਿਲ ਜਾਵੇਗਾ। ਜਾਣੀ ਜਿਹੜਾ ਗੁਰੂ ਦਾ ਸਿੱਖ ਆ, ਜਿਹੜਾ ਉਹਦੇ ਬਚਨਾਂ ਦੇ ਵਿੱਚ ਰਹਿੰਦਾ, ਉਹਦੀ ਸੇਵਾ ਕਰਨ ਦਾ ਕਿੱਡਾ ਫਲ ਦੱਸਿਆ ਹੈ। ਨਿੰਦਿਆ ਕਰਨ ਦਾ ਵੀ ਦੱਸਿਆ, ਸੰਤ ਕਾ ਦੁਖੀ ਉਜੜ ਪਾਏ, ਇਹ ਵੀ ਦੱਸਿਆ ਹੈ। ਦੋਨੇ ਪੱਖ ਦੱਸੇ ਨੇ, ਸੇਵਾ ਦਾ ਵੀ ਦੱਸਿਆ ਵੀ ਨਿੰਦਿਆ ਦਾ ਵੀ ਦੱਸਿਆ। ਖੈਰ ਉਸਨੇ ਬੜੀ ਸੇਵਾ ਕੀਤੀ। ਹੁਣ ਭਾਈ ਗੜੀਏ ਨੇ ਆਗਿਆ ਲਈ ਵੀ ਮੈਨੂੰ ਗੁਰੂ ਦਾ ਬਚਨ ਹੈ, ਮੈਨੂੰ ਜਾ ਲੈਣ ਦਿਓ। ਭਾਈ ਦੋਲੇ ਨੇ ਸੋਚਿਆ ਵੀ ਇਹਨੂੰ ਆਪਾਂ ਅਗਾਂਹ ਤੱਕ ਛੱਡ ਕੇ ਆਉਨੇ ਆ, ਇਹਦਾ ਸਤਿਕਾਰ ਕਰੀਏ। ਹੁਣ ਭਾਈ ਦੋਲਾ ਹੁਣ ਉਹਨੂੰ ਗਾਂਹ ਤੱਕ ਛੱਡਣ ਵਾਸਤੇ ਨਾਲ ਨਾਲ ਤੁਰੇ ਜਾਂਦੇ ਹਨ। ਤੇ ਭਾਈ ਦੋਲੇ ਦੀ ਨਿਗਾਹ ਜਿਹੜੀ ਸੀ ਨਾ, ਭਾਈ ਗੜੀਏ ਦੀ ਜੁੱਤੀ ਤੇ ਪੈ ਗਈ, ਜਿਹੜੀ ਗੱਠੀ ਹੋਈ ਸੀ। ਸੋਚਿਆ ਵੀ ਗੁਰੂ ਦਾ ਸਿੱਖ ਵਾ ਇਹ ਵਿਚਾਰਾ, ਵੀ ਇਹਨੂੰ ਮੈਂ ਇੱਕ ਦੋ ਰਿੱਧੀਆਂ ਸਿੱਧੀਆਂ ਦੇ ਦਿੰਦਾ ਆ, ਜਿਹਦੇ ਨਾਲ ਰਿੱਧੀ ਸਿੱਧੀ ਨਾਲ ਇਹ ਥੋੜ੍ਹਾ ਬਹੁਤਾ ਆਪਣਾ ਮਾਇਆ ਦਾ ਵੀ ਇੰਤਜ਼ਾਮ ਕਰ ਲਿਆ ਕਰੇਗਾ। ਕਮ ਸੇ ਕਮ ਕੱਪੜੇ ਜੁੱਤੀਆਂ ਇਹ ਤਾਂ ਚੰਗੀਆਂ ਪਾ ਲੂ ਵਿਚਾਰਾ। ਇਹ ਐ ਸੋਚਦਾ ਭਾਈ ਦੋਲਾ। ਉਹ ਸੋਚਦਾ ਹੈ ਇੱਧਰ ਭਾਈ ਗੜੀਆ ਸਭ ਜਾਣੀ ਜਾਣ। ਉਸਨੇ ਉਸੇ ਵੇਲੇ ਭਾਈ ਦੋਲੇ ਨੂੰ ਕਿਹਾ ਵੀ ਅੱਖਾਂ ਬੰਦ ਕਰ ਲਾ। ਅੱਖਾਂ ਬੰਦ ਕੀਤੀਆਂ। ਕਹਿੰਦੇ ਅੱਖਾਂ ਖੋਲ। ਤਾਂ ਖੋਲੀਆਂ ਤਾਂ ਕੀ ਦੇਖਿਆ, ਅੱਗੇ ਜਿਹੜੇ ਖੇਤ ਸਨ ਉਹ ਉਹਨਾਂ ਦੇ ਵਿੱਚ ਹੀਰੇ ਜਵਾਹਰਾਤ ਪੈਦਾ ਕਰ ਦਿੱਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਹਦੀ ਸ਼ਕਤੀ ਸੀ ਇਹ ਨਾਮ ਦੀ। ਉਹਦੇ ਕੋਲ ਰਿੱਧੀਆਂ ਸਿੱਧੀਆਂ ਸਨ, ਪਰ ਉਹ ਅੰਤਰਜਾਮੀ ਨਹੀਂ ਸੀ। ਉਹ ਜਿਵੇਂ ਭਗਤ ਫਰੀਦ ਜੀ ਬੰਦਗੀ ਕੀਤੀ ਤਾਂ ਉਹਨੇ ਸੋਚਿਆ ਵੀ ਦੇਖ ਲਵਾਂ ਵੀ ਮੇਰੇ 'ਚ ਸ਼ਕਤੀ ਵੀ ਆਈ ਹੈ ਕਿ ਨਹੀਂ ਆਈ ਕੋਈ। 12 ਸਾਲ ਬੰਦਗੀ ਕਰਦਿਆਂ ਚਿੜੀਆਂ ਬੈਠੇ, ਚਿੜੀਆਂ ਨੂੰ ਕਹਤਾ ਵੀ ਚਿੜੀਓ ਮਰ ਜਾਓ, ਚਿੜੀਆਂ ਮਰ ਗਈਆਂ। ਫਿਰ ਕਿਹਾ ਚਿੜੀਓ ਉੜ ਜਾਓ, ਚਿੜੀਆਂ ਉੜ ਗਈਆਂ। ਕਹਿਣ ਲੱਗਾ ਮੇਰੇ 'ਚ ਤਾਂ ਬੜੀ ਸ਼ਕਤੀ ਆ ਗਈ। ਤੁਰਿਆ ਆਉਂਦਾ ਬੋਹਣ ਪੱਟੀ ਦਾ ਜੰਗਲ ਵਾਲਾ ਭਗਤ ਫਰੀਦ ਦਾ, ਜਿੱਥੇ ਉਹਨੇ ਬੰਦਗੀ ਕੀਤੀ ਹੈ, ਹਰਖਵਾਲ ਕੋਲ ਆ ਬੀਬੀ ਦੀ ਪੰਡੋਰੀ ਕੋਲ ਆ ਗਿਆ, ਜਿੱਥੇ ਨਲਕਾ ਲਾਇਆ ਉਹਨ ਸੰਤਾਂ ਨੇ। ਉੱਥੇ ਪਹਿਲਾਂ ਖੂਹ ਹੁੰਦਾ ਸੀ। ਬੀਬੀ ਦਾ ਨਾਮ ਸੀ ਰੰਗ ਰਤੜੀ।
ਤਦੇ ਇਹਦਾ ਨਾਲ ਬੀਬੀ ਦੀ ਪੰਡੋਰੀ ਤਦੇ ਹੀ ਪਿਆ। ਉਹ ਬੀਬੀ ਜਦੋਂ ਉੱਥੇ ਆਇਆ ਤਾਂ ਉਹਨੂੰ ਪਿਆਸ ਲਈ, ਕਹਿੰਦਾ ਮੈਂ ਪਾਣੀ ਪੀ ਲਵਾਂ। ਬੀਬੀ ਕੀ ਕਰਦੀ ਆ, ਖੂਹ ਵਿੱਚੋਂ ਪਾਣੀ ਕੱਢਦੀ ਆ, ਡੋਲ ਭਰ ਭਰ ਪਰੇ ਸਿੱਟੀ ਜਾਂਦੀ ਆ। ਉਹ ਕਹਿੰਦਾ ਬੀਬੀ ਮੈਨੂੰ ਪਾਣੀ ਪਿਆ ਦੇ। ਉਹ ਕਹਿ ਦਿੰਦੇ ਤੈਨੂੰ ਪਿਆ ਨਹੀਂ, ਤੈਨੂੰ ਮੈਂ ਪਾਣੀ, ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ, ਭਲਾ ਅੱਗ ਤਾਂ ਬੁਝਾ ਲਵਾਂ ਮੈਂ। ਉਹ ਕਹਿਣ ਲੱਗਾ ਵੀ ਕਿੰਨੇ ਕੋਹ 'ਤੇ ਲੱਗੀ ਆ? ਕਹਿਣ ਲੱਗੀ 12 ਕੋਹ 'ਤੇ ਲੱਗੀ ਹੋਈ ਆ। ਤੈਨੂੰ ਦੀਦਾ ਅੱਗ ਬੁਝਦੀ? ਕਹਿੰਦੇ ਹਾਂ ਮੈਨੂੰ ਦੀਦਾ। ਕਹਿੰਦਾ ਮੈਨੂੰ ਤਾਂ ਦੀਦਾ ਨਹੀਂ। ਤੇ ਤੂੰ ਤਾਂ ਕੀਤੀ ਆ ਬੇਗੁਨਾਹ ਹੋ ਕੇ ਬੰਦਗੀ। ਜਿਹੜਾ ਇਨਸਾਨ ਬੇਗੁਨਾਹ ਹੋ ਕੇ ਬੰਦਗੀ ਕਰਦਾ ਹੈ ਨਾ, ਉਹਨੂੰ ਸ਼ਕਤੀ ਤਾਂ ਮਿਲ ਜਾਵੇਗੀ, ਰੂਹਾਨੀਅਤ ਨਹੀਂ ਮਿਲੇਗੀ ਉਸਨੂੰ। ਅੰਤਰਾਤਮਾ ਜਿਹੜੀ ਕਹਿੰਦੇ ਨਾ, ਉਹ ਨਹੀਂ ਜਾਗੇਗੀ, ਉਹਦੇ ਵਿੱਚ ਨਹੀਂ ਪਹੁੰਚੇਗਾ ਇਹ। ਤਦੇ ਮਹਾਰਾਜ ਨੇ ਕਿਹਾ ਨਾ ਵੀ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤਦੇ ਲਿਖਿਆ ਵੀ ਤੂੰ ਗੁਰੂ ਘਰ ਤਾਂ ਆਪਣੀ ਭਾਵਨਾ ਜੋੜਨੀ ਆ, ਤਾਂ ਗੁਰੂ ਵਾਲਾ ਬਣਨਾ। ਪਹਿਲਾਂ ਗੁਰੂ ਵਾਲੇ ਬਣੇ ਤੋਂ ਬਗੈਰ ਜਿਹੜੀ ਤੇਰੀ ਬੰਦਗੀ ਆ, ਉਸ ਬੰਦਗੀ ਨੇ ਤੈਨੂੰ ਰੱਬ ਦੇ ਦੇਸ਼ ਵਿੱਚ ਨਹੀਂ ਲੈ ਕੇ ਜਾਣਾ। ਸ਼ਕਤੀ ਤਾਂ ਹੋ ਜਾਵੇਗੀ। ਉਹ ਕਹਿਣ ਲੱਗੇ ਵੀ ਤੈਂ ਇੰਨੀ ਸ਼ਕਤੀ ਕਿੱਥੋਂ ਲੈ ਲਈ? ਕਹਿਣ ਲੱਗੇ ਮੈਂ ਆ ਪਤੀਵਰਤਾ ਔਰਤ, ਮੇਰਾ ਪਤੀ ਮੇਰਾ ਗੁਰੂ ਆ, ਉਹਨੂੰ ਮੈਂ ਗੁਰੂ ਸਮਾਨ ਜਾਣ ਕੇ ਉਹਦੀ ਮੈਂ ਸੇਵਾ ਕਰਦੀ ਹਾਂ। ਉਹਦੇ ਤੋਂ ਇਲਾਵਾ ਮੈਂ ਕਿਸੇ ਵੱਲ ਦੇਖਦੀ ਵੀ ਨਹੀਂ ਹਾਂ। ਉਹ ਗੁਰੂ ਦੀ ਸੇਵਾ ਤੋਂ ਮੈਨੂੰ ਇਹ ਸ਼ਕਤੀ ਪ੍ਰਾਪਤ ਹੋਈ ਹੈ, ਜਿਵੇਂ ਬਾਬਾ ਅਮਰਦਾਸ ਜੀ ਨੂੰ ਪ੍ਰਾਪਤ ਹੋਈ ਸੀ। 12 ਸਾਲ ਗੁਰੂ ਘਰ ਦੀ ਗਾਗਰ ਢੋਈ, ਗੁਰੂਆਂ ਦਾ ਇਸ਼ਨਾਨ ਕਰਾਇਆ, ਡਿੱਗਿਆ, ਗਾਗਰ ਲੈ ਕੇ ਆਉਂਦੇ ਡਿੱਗ ਪਏ। ਉਹ ਕਹਿਣ ਲੱਗਾ ਵੀ ਕੌਣ ਹੋਵੇਗਾ? ਬੀਬੀ ਕਹਿਣ ਲੱਗੀ ਅਮਰੂ ਨਥਾਵਾ ਹੋਵੇਗਾ। ਉਹ ਕਹਿਣ ਲੱਗੀ ਬੀਬਾ ਮੈਂ ਤਾਂ ਗੁਰੂ ਵਾਲਾ ਆ, ਚੱਲੀਏ। ਮੈਂ ਤਾਂ ਥਾਂ ਵਾਲਾ ਨਥਾਵਾ ਨਹੀਂ। ਝੱਲੀ ਕਹਿਣ ਦੀ ਦੇਰ ਸੀ, ਉਹ ਝੱਲੀ ਹੋ ਗਈ। ਇਹ ਗੁਰੂ ਦੀ ਸੇਵਾ ਹੈ। ਜਿਹੜਾ ਇਨਸਾਨ ਸੱਚੇ ਮਨ ਦੇ ਨਾਲ ਗੁਰੂ ਦੀ ਸੇਵਾ ਕਰੇਗਾ, ਨਿੰਦਿਆ ਚੁਗਲੀ ਤੋਂ ਬਗੈਰ। ਆਪਾਂ ਨੂੰ ਤਾਂ ਕਿੰਨੇ ਸਾਲ ਹੋ ਗਏ, ਸਾਡੇ ਅੰਦਰ ਤਾਂ ਉਹ ਪਾਵਰਾਂ ਨਹੀਂ ਆਈਆਂ, ਕਿਉਂਕਿ ਆਪਾਂ ਨਿੰਦਿਆ ਚੁਗਲੀ ਨਹੀਂ ਛੱਡਦੇ। ਬਾਬਾ ਅਮਰਦਾਸ ਜੀ ਨੇ ਸਿਰਫ 12 ਸਾਲ ਹੀ ਕੀਤੀ ਸੀ ਬਸ। 12 ਸਾਲ ਬਾਅਦ ਉਹ ਤੀਸਰੇ ਗੁਰੂ ਨਾਨਕ ਗੱਦੀ 'ਤੇ ਬਹਿਣ ਦੇ ਹੱਕਦਾਰ ਬਣ ਗਏ ਸੀ। ਸੋ ਬੀਬੀ ਕਹਿਣ ਲੱਗੀ ਵੀ ਮੈਂ ਕਿਸੇ ਹੋਰ ਪਾਸੇ ਨਹੀਂ ਦੇਖਦੀ, ਇਸ ਕਰਕੇ ਮੇਰੇ ਅੰਦਰ ਉਹ ਸ਼ਕਤੀ ਆ ਗਈ ਆ। ਭਗਤ ਗੁਰੂ ਉੱਥੇ ਹੀ ਵਾਪਸ ਮੁੜ ਗਿਆ, ਉਹਨੇ ਪਾਣੀ ਵੀ ਨਹੀਂ ਪੀਤਾ। ਕਹਿਣ ਲੱਗਾ ਹੱਲੇ ਮੇਰੀ ਬੰਦਗੀ ਅਧੂਰੀ ਹੈ, ਮੈਨੂੰ ਗੁਰੂ ਵਾਲਾ ਬਣਨਾ ਚਾਹੀਦਾ ਹੈ। ਸੋ ਆਓ, ਜਿਹੜੀ ਸ਼ਕਤੀ ਹੋਰ ਚੀਜ਼ ਆ, ਰਿੱਧੀ ਸਿੱਧੀ ਰੂਹਾਨੀਅਤ ਹੋਰ ਚੀਜ਼ ਹੈ। ਸ਼ਕਤੀ ਦੇ ਨਾਲ ਇਨਸਾਨ ਰੱਬ ਨਹੀਂ ਬਣੇਗਾ, ਰੂਹਾਨੀਅਤ ਦੇ ਨਾਲ ਇਨਸਾਨ ਰੱਬ ਬਣ ਜਾਵੇਗਾ, ਪਰ ਜੇ ਉਹ ਗੁਰੂ ਵਾਲਾ ਹੋ ਕੇ ਬੰਦਗੀ ਕਰੇਗਾ। ਸੋ ਭਾਈ ਗੜੀਆ ਜੀ ਕਹਿਣ ਲੱਗੇ ਕਿਉਂ ਭਾਈ ਦੋਲਾ, ਤੇਰੇ ਅੰਦਰ ਸ਼ੰਕਾ ਆ ਗਈ ਸੀ ਨਾ ਵੀ ਮੈਂ 1-2 ਰਿੱਧੀਆਂ ਸਿੱਧੀਆਂ ਦੇਣ ਦਾ ਇਸ ਨੂੰ। ਸਾਨੂੰ ਤਾਂ ਗੁਰੂ ਜੀ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ, ਇੰਨੀਆਂ ਸ਼ਕਤੀਆਂ ਨੇ, ਪਰ ਆਪਾਂ ਉਹਦਾ ਉਪਯੋਗ ਨਹੀਂ ਕਰਦੇ। ਉਹਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ, ਜਿੱਥੇ ਉਹਨੇ ਰੱਖਿਆ ਉੱਥੇ ਰਹਿਣਾ ਹੈ ਬਸ। ਉਹਦੇ ਭਾਣੇ ਦੇ ਵਿੱਚ ਹੀ ਸੁੱਖ ਹੈ ਬਸ। ਭਾਣਾ ਨਾ ਮੰਨੇ ਬਹੁਤਾ ਦੁੱਖ ਪਾਏਂਦਾ। ਜਿਹੜਾ ਭਾਣਾ ਨਹੀਂ ਮੰਨਦਾ ਫਿਰ ਉਹ ਦੁਖੀ ਹੁੰਦਾ ਹੈ। ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਜੀ ਬਿਹਾਰੀ ਹੈ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ। ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰਧਾਰ। ਉਸੇ ਵੇਲੇ ਭਾਈ ਜਿਹੜਾ ਦੋਲਾ ਸੀ, ਉਹਨੇ ਗੁਰੂ ਦੇ ਸਿੱਖ ਦੇ ਭਾਈ ਗੜੀਏ ਦੇ ਚਰਨ ਫੜ ਲਏ। ਕਹਿਣ ਲੱਗੇ ਮੈਨੂੰ ਮਾਫੀ ਦੇ ਦੇ, ਮੈਂ ਤੈਨੂੰ ਐਵੇਂ ਹੀ ਸਮਝ ਬੈਠਿਆ ਸੀ। ਜਿਹੜੇ ਗੁਰੂ ਦੇ ਸਿੱਖ ਹੁੰਦੇ ਹਨ ਨਾ, ਗੁਰੂ ਦੇ ਸਿੱਖ, ਜਦ ਉਹ ਮਨ ਨੂੰ ਸਾਫ਼ ਕਰਕੇ, ਸੁਰਤ ਨੂੰ ਸਾਫ਼ ਕਰਕੇ ਪਰਮੇਸ਼ਰ ਦੀ ਬੰਦਗੀ ਕਰਦੇ ਆ, ਗੁਰੂ ਦੇ ਬਚਨਾਂ ਉੱਤੇ ਚੱਲਦੇ ਆ, ਫਿਰ ਪਰਮੇਸ਼ਰ ਉਹਨਾਂ ਨੂੰ ਵੱਡੀਆਂ ਵੱਡੀਆਂ ਸ਼ਕਤੀਆਂ ਦੇ ਦਿੰਦਾ ਹੈ। ਪਰ ਆਪਾਂ ਉਹਨਾਂ ਤੋਂ ਵਾਂਝੇ ਆ। ਵਾਂਝੇ ਕਿਉਂ ਆ? ਸਾਡੀ ਸੁਰਤ ਨਹੀਂ ਸਾਫ਼। ਸਾਡੀ ਜਿਹੜੀ ਜਦ ਆਪਾਂ ਬਾਣੀ ਪੜ੍ਹਦੇ ਹਾਂ, ਸੁਰਤ ਦੇ ਵਿੱਚ ਆਪਣੇ ਦੇਖ ਲਓ ਕਿਵੇਂ ਦੇ ਖਿਆਲ ਆਉਂਦੇ ਹਨ, ਕਿਸੇ ਨੂੰ ਚੰਗੇ ਕਿਸੇ ਨੂੰ ਮਾੜੇ।
ਗੰਦੇ ਮੰਦੇ ਕਈਆਂ ਖਿਆਲਾਂ ਵਿੱਚ ਇਹ ਸੁਰਤ ਘੁੰਮਦੀ ਹੈ। ਇਹ ਕਿਉਂਕਿ ਸੁਰਤ ਜਿਹੜੀ ਹੈ ਨਾ, ਸੁਰਤ ਸਾਫ਼ ਹੋਵੇਗੀ ਸਤਸੰਗਤ ਵਿੱਚ ਆ ਕੇ। ਸਤਸੰਗਤ ਤੋਂ ਬਗੈਰ ਤੇਰੀ ਸੁਰਤ ਨਹੀਂ ਕਦੀ ਵੀ ਸਾਫ਼ ਹੋਵੇਗੀ। ਜਦ ਸਤਸੰਗਤ ਦੇ ਵਿੱਚ ਆ ਕੇ ਆਪਣੀ ਸੁਰਤੀ ਬਿਰਤੀ ਨੂੰ ਜੋੜ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰੇਗਾ ਔਰ ਗੁਰਬਾਣੀ ਦੇ ਕੀਰਤਨ ਵਿੱਚ ਬੋਲੇਗਾ, ਸੁਰਤ ਨੂੰ ਇੱਧਰ ਉੱਧਰ ਨਹੀਂ ਜਾਣ ਦੇਵੇਗਾ, ਫਿਰ ਜਿਹੜਾ ਤੂੰ ਰਿੰਡ ਦੇ ਸਮਾਨ ਤੋਂ ਕਹਿੰਦੇ ਫਿਰ ਤੂੰ ਚੰਦਨ ਬਣ ਜਾਵੇਂਗਾ। ਭਗਤ ਰਵਿਦਾਸ ਜੀ ਨੇ ਦੱਸਿਆ, ਤੁਮ ਚੰਦਨ ਹਮ ਰਿੰਡ ਬਾਪਰੇ ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਂਚ ਪਹੇ ਹੈ ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਤੁਮ ਮੁਖ ਤੇਲ ਸਪੈਦ ਸਪਹੀਲ। ਉਹਨਾਂ ਦੱਸਿਆ ਵੀ ਦੱਸਣ ਦਾ ਭਾਵ ਇਹ ਹੈ ਵੀ ਤੇਰੀ ਜਿਹੜੀ ਸਤਸੰਗਤ ਹੈ, ਇਹ ਸਤਸੰਗਤ 'ਚ ਬੜੀ ਪਾਵਰ ਹੈ। ਤੇਰੀ ਸਤਸੰਗਤ ਕਰਕੇ ਮੈਂ ਰਿੰਡ ਤੋਂ ਚੰਦਨ ਬਣ ਗਿਆ। ਜਿਹੜੀ ਮੇਰੇ ਅੰਦਰ ਸੁਰਤ ਦੇ ਵਿੱਚ ਜਿਹੜੀ ਦੁਰਗੰਧੀਆਂ ਆਉਂਦੀਆਂ ਸਨ, ਉੱਥੇ ਸੁਗੰਧੀਆਂ ਆਉਣ ਲੱਗ ਪਈਆਂ ਪਰਮੇਸ਼ਰ ਦੇ ਨਾਮ ਦੀਆਂ, ਪਰ ਆਉਂਦੀਆਂ ਉਹ ਸਤਸੰਗਤ ਕਰਕੇ ਹੈ। ਇਹ ਬਾਣੀ ਆਪਾਂ ਨੂੰ ਜੋੜਦੀ ਹੈ। ਪੜੋ ਪ੍ਰੇਮ ਨਾਲ, ਫਿਰ ਸਮਾਪਤੀ ਹੈ ਭਾਈ। ਤੇਰਾ ਰਿੰਡ ਤੋਂ ਚੰਦਨ ਬਣ ਜਾਵੇ, ਆ ਜਾ ਵਿੱਚ ਸਤ ਸੰਗ ਦੇ। ਤੇਰਾ ਰਿੰਡ ਤੋਂ ਚੰਦਨ ਬਣ ਜਾਵੇ, ਆ ਜਾ ਵਿੱਚ ਸਤ ਸੰਗ ਦੇ।
ਕਬੀਰ ਚੰਦਨ ਕਾ ਵਿਰਵਾਪਲਾ ਦੇਖਿਓ ਢਾਕ ਵਿਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਆਓ ਗੁਰੂ ਪਿਆਰੀ ਸਾਧ ਸੰਗਤ, ਹੁਣ ਗਰਾਇਆ ਤੋਂ ਇੱਕ ਡਾਕਟਰ ਸਾਹਿਬ ਹਨ, ਉਹਦੀ ਬੱਚੀ ਇੱਕ ਸ਼ਬਦ ਦੀ ਸੇਵਾ ਕਰੇਗੀ। ਉਹ ਤੋਂ ਬਾਅਦ ਗੁਰੂ ਸਰੂਤਰ ਆਨੰਦ ਸਾਹਿਬ ਦੀਆਂ 5 ਪੌੜੀਆਂ, ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਫਿਰ ਮਹਾਰਾਜ ਨਿੱਘੀ ਵਿਦਾਇਗੀ ਦੇ ਕੇ ਆਪੋ ਆਪਣੇ ਕਾਰ ਵਿਹਾਰ ਕਰਨੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।